ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 12 ਅਕਤੂਬਰ 2023 26 ਅੱਸੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਲੀਡਰਾਂ ਦੀ ਉਹ ਛੇੜੀ ਹੋਈ ਬਹਿਸ ਤੋਂ, ਜਿਸ ਬਹਿਸ ਨੂੰ ਲੈ ਕੇ ਲੀਡਰਾਂ ਤੇ ਤਰ੍ਹਾਂ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਨੇ। ਜਿਹੜੇ ਤੁਹਾਡੇ ਵਰਗੇ ਪੱਤਰਕਾਰ ਭਰਾ ਨੇ ਉਹ ਆਪਣੇ ਆਪਣੇ ਨਜ਼ਰੀਏ ਦੇ ਨਾਲ, ਤੇ ਜਿਹੜੇ ਆਮ ਲੋਕ ਨੇ ਉਹ ਆਪੋ ਆਪਣੀ ਖਿੱਚ ਦੇ ਹਿਸਾਬ ਦੇ ਨਾਲ ਵੀ ਇਹਨਾਂ ਲੀਡਰਾਂ ਨੂੰ ਉਸ ਮਾਮਲੇ ਦੇ ਵਿੱਚ ਘੇਰ ਰਹੇ ਨੇ। ਨੌਟਾਂਕੀ ਸਟੇਜ ਤੇ ਹੋਣ ਵਾਲੀ ਬਹਿਸ ਕਹਿੰਦੇ ਪਹੁੰਚ ਗਈ ਆ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਦੇ ਵਿੱਚ। ਪ੍ਰਵੀਨ ਜੀ, ਜਿਸ ਦਿਨ ਟੈਗੋਰ ਥੀਏਟਰ ਦੀ ਚੋਣ ਹੋਈ ਸੀ ਉਸੇ ਦਿਨ ਇਹ ਸਵਾਲ ਖੜੇ ਹੋ ਗਏ ਸੀ ਕਿ ਕਿਤੇ ਗਲਤ ਤਾਂ ਨਹੀਂ ਕਰ ਲਈ ਚੋਣ ਜੀ। ਪਹਿਲਾਂ ਤਾਂ ਸਵਾਲ ਬਾਰ-ਬਾਰ ਇਹੀ ਆਉਂਦਾ ਰਿਹਾ ਕਿ ਪੰਜਾਬ ਦੇ ਮਸਲਿਆਂ ਦੀ ਚਰਚਾ ਇੰਜ ਖੁੱਲੇ ਤਾਂ ਆਮ ਕਰਨ ਦੀ ਬਜਾਏ ਫੈਸਲਾ ਕੁੱਲ ਪਹਿਲੂ ਦੇ ਉੱਤੇ ਵਿਧਾਨ ਸਭਾ 'ਚ ਕਿਉਂ ਨਹੀਂ। ਬਿਲਕੁਲ ਸਹੀ ਹੈ। ਵੈਸੇ ਤਾਂ ਇਸ ਪਹਿਲੂ ਤੋਂ ਵਿਰੋਧੀ ਧਿਰਾਂ ਵੀ ਭੱਜਦੀਆਂ ਰਹੀਆਂ। ਮੈਂ ਪ੍ਰਤਾਪ ਬਾਜਵਾ ਦੇਖ ਰਿਹਾ ਸੀ, ਕਹਿੰਦਾ ਜੀ ਕੋਈ ਜੱਜ ਲਾਓ ਜੀ, ਉਹਦੇ ਸਾਹਮਣੇ ਕਰਾਓ ਜੀ, ਸਰਬਸੰਮਤੀ ਨਾਲ ਚੁਣੋ ਜੀ, ਸਰਕਾਰੀ ਮਤਲਬ ਇਮਾਰਤ ਹੈ ਜੀ ਵਿਧਾਨ ਸਭਾ, ਉੱਥੇ ਨਹੀਂ ਹੋਣੀ ਚਾਹੀਦੀ। ਭਾਈ ਸਰਕਾਰੀ ਇਮਾਰਤ ਨਹੀਂ ਜੀ ਵਿਧਾਨ ਸਭਾ, ਵਿਧਾਨ ਸਭਾ ਪੰਜਾਬ ਦੀ ਇਮਾਰਤ ਹੈ ਜੀ। ਪੰਜਾਬ ਦੇ ਚੁਣੇ ਨੁਮਾਇੰਦੇ ਨੇ ਉਹਦੇ ਵਿੱਚ ਬੈਠਦੇ। ਪੰਜਾਬ ਲਈ ਕਾਨੂੰਨ ਘੜਨਾ, ਪੰਜਾਬ ਦੇ ਲਈ ਕੋਈ ਸਹੀ ਫੈਸਲਾ ਲੈਣਾ, ਇਹ ਵੱਖਰੀ ਗੱਲ ਹੈ ਜੀ। ਉੱਥੇ ਜਾ ਕੇ ਸਹੀ ਕੰਮ ਨਹੀਂ ਕਰਦੇ, ਪਰ ਚੁਣੇ ਤੁਸੀਂ ਇਸ ਕੰਮ ਲਈ ਜਾਂਦੇ ਹੋ। ਜੀ ਜੀ ਬਿਲਕੁਲ। ਤੇ ਉਸ ਤੋਂ ਭੱਜ ਕੇ ਜੀ ਕਹਿੰਦੇ ਜੀ ਜਿੱਥੇ ਮਰਜ਼ੀ ਸੱਦ ਲਓ ਅਸੀਂ ਤਿਆਰ ਆ। ਅਸਲ 'ਚ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਇੱਕ ਆਮ ਤੌਰ ਤੇ ਵਰਤਾਰਾ ਰਿਹਾ ਕਿ ਆ ਜਾਓ ਖੁੱਲ੍ਹੇਆਮ ਚਰਚਾ ਕਰਦੇ ਆ, ਡਿਬੇਟ ਕਰਦੇ ਆ, ਤੇ ਦੂਜੀਆਂ ਤਰ੍ਹਾਂ ਕਹਿੰਦੀਆਂ ਅਸੀਂ ਤਿਆਰ ਆ ਤੇ ਆਪਣੇ ਆਪਣੇ ਬਿਆਨ ਦੇ ਕੇ ਸਰ ਜਾਂਦਾ ਸੀ, ਬਹਿੰਦੇ ਕੋਈ ਨਹੀਂ ਸੀ ਜੀ। ਭਗਵੰਤ ਮਾਨ ਕਹਿੰਦਾ ਆਪਾਂ ਤਾਂ ਥਾਂ ਵੀ ਬੁੱਕ ਕਰਾ ਲਈ, ਆ ਜਾਓ। ਤੇ ਫਿਰ ਉਹ ਤੋਂ ਬਾਅਦ ਇਹਨਾਂ ਨੇ ਚੈਲੰਜ ਕਬੂਲ ਕੀਤਾ ਸੀ ਜੀ। ਤੇ ਪਰ ਚੈਲੰਜ ਕਬੂਲ ਕਰਨ ਤੋਂ ਬਾਅਦ ਅੱਜ ਮੈਨੂੰ ਲੱਗ ਰਿਹਾ ਸਾਰੇ ਭੱਜ ਰਹੇ ਨੇ। ਬੇਸ਼ੱਕ ਉਸ ਡਿਬੇਟ ਦਾ, ਉਸ ਚਰਚਾ ਦਾ ਕੋਈ ਹੱਲ ਨਹੀਂ ਨਿਕਲਣ ਵਾਲਾ, ਕਿਉਂਕਿ ਚਰਚਾ ਦਾ ਪੱਧਰ ਮੁੱਖ ਮੰਤਰੀ ਨੇ ਆਪਣੇ ਉਸ ਸੁਨੇਹੇ 'ਚ ਦਿਖਾਤਾ ਕਿ ਮੈਂ ਕਿਸ ਹੇਠਲੇ ਲੈਵਲ ਤੇ ਆ ਕੇ ਚਰਚਾ ਕਰਨੀ ਆ। ਉਹ ਪੰਜਾਬ ਦੇ ਮਸਲਿਆਂ ਦੇ ਹੱਲ ਦੀ ਗੰਭੀਰਤਾ ਵਾਲੀ ਚਰਚਾ ਦਾ ਉਹਨਾਂ ਦੇ ਸੁਨੇਹੇ ਤੋਂ ਨਹੀਂ ਲੱਗਦੀ ਜੀ। ਹਾਂ, ਪਰ ਜਿਹੜੀ ਫਜ਼ੀਅਤ ਸਰਕਾਰ ਦੀ ਟੈਗੋਰ ਥੀਏਟਰ ਮਾਮਲੇ 'ਚ ਹੋਈ ਆ, ਉਸ ਮਾਮਲੇ 'ਚ ਆਪਾਂ ਕੱਲ ਵੀ ਗੱਲ ਕਰਕੇ ਹਟੇ ਆ ਕਿ ਸਲਾਹਕਾਰ ਬਦਲ ਲਓ ਜਾਂ ਤਾਂ। ਪਰ ਸਰਕਾਰ ਕਹਿੰਦੀ ਸਲਾਹਕਾਰ ਨਹੀਂ ਬਦਲਣੇ, ਅਸੀਂ ਥਾਂ ਬਦਲਣੀ ਆ ਜੀ। ਸੋ ਜੇ ਪਹਿਲਾਂ ਸਲਾਹਕਾਰ ਚੰਗੇ ਹੁੰਦੇ ਪਹਿਲਾਂ ਹੀ ਸਹੀ ਥਾਂ ਦੀ ਚੋਣ ਹੋਈ ਹੁੰਦੀ। ਪਹਿਲਾਂ ਟੈਗੋਰ ਥੀਏਟਰ ਰੱਖਿਆ, ਸਵਾਲ ਉੱਠਿਆ ਕਿ ਨੌਟੰਕੀ ਸਟੇਜ ਹੈ ਜੀ, ਇੱਥੇ ਨਹੀਂ ਹੋ ਸਕਦਾ। ਫਿਰ ਕਹਿੰਦੇ ਖੇਡ ਮੈਦਾਨ ਮੋਹਾਲੀ ਚੁਣ ਲਓ, ਕਹਿੰਦੇ ਨਹੀਂ ਜੀ ਉਹ ਫੇਰ ਕਹਿਣਗੇ ਜੀ ਇਹ ਤਾਂ ਕ੍ਰਿਕਟ ਦਾ ਮੈਦਾਨ ਆ, ਅਸੀਂ ਕੋਈ ਚੌਕੇ ਚੌਕੇ ਥੋੜਾ ਲਾਉਣੇ ਆ ਜੀ, ਇਹ ਰਹਿਣ ਦੋ, ਇਹ ਵੀ ਹੋਰ ਨਵੀਂ ਇੱਕ ਹੋ ਜਾਊਗਾ। ਕਹਿੰਦੇ ਅੱਛਾ ਫਿਰ ਬਿਜ਼ਨਸ ਆਫ ਸਕੂਲ ਚੁਣ ਲਓ, ਕਹਿੰਦੇ ਨਹੀਂ ਇਹ ਕਹਿਣਗੇ ਇਹ ਬਿਜ਼ਨਸ ਥੋੜਾ ਜੀ, ਇਹ ਤਾਂ ਪੰਜਾਬ ਦੇ ਮਸਲੇ ਸੀ। ਕਹਿੰਦੇ ਫਿਰ ਖੇਤੀਬਾੜੀ ਵਾਲੀ ਯੂਨੀਵਰਸਿਟੀ ਤੋਂ ਵਧੀਆ ਕੋਈ ਥਾਂ ਨਹੀਂ, ਪੰਜਾਬ ਦੀ ਸੱਭਿਅਤਾ ਦਾ ਪ੍ਰਤੀਕ ਹੈ ਤੇ ਉੱਥੇ ਠੀਕ ਹੈ। ਤੇ ਪਰ ਤੁਸੀਂ ਕਮਾਲ ਦੇਖੋ ਪ੍ਰਵੀਨ ਜੀ, ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗਲਿਆਰੇ ਦੇ ਅੰਦਰ ਡਾਕਟਰ ਮਨਮੋਹਨ ਸਿੰਘ ਦੇ ਮਤਲਬ ਨਾਂ ਦੇ ਹੇਠ ਬਣਿਆ ਹੋਇਆ ਹਾਲ। ਡਾਕਟਰ ਮਨਮੋਹਨ ਸਿੰਘ ਜਿਹੜੇ ਆਪਣੀ ਚੁੱਪੀ ਲਈ, ਆਪਣੇ ਤਰਕ ਲਈ, ਬੜੇ ਸੰਖੇਪ ਦੇ ਵਿੱਚ ਗੱਲ ਕਹਿਣ ਦੇ ਲਈ ਜਾਣੇ ਜਾਂਦੇ ਨੇ, ਬਿਲਕੁਲ ਉਹਨਾਂ ਦੇ ਨਾਮ ਵਾਲੇ ਹਾਲ ਦੇ ਵਿੱਚ ਕਾਵਾਂ ਰੋਲੀ ਪਊਗੀ ਹੁਣ।
ਤੇ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਵਿਰੋਧੀ ਧਿਰਾਂ ਹੁਣ ਉੱਥੇ ਨਹੀਂ ਜਾਂਦੀਆਂ ਤਾਂ ਸਰਕਾਰ ਇਹ ਪ੍ਰਚਾਰੂਗੀ ਕਿ ਦੇਖੋ ਭੱਜ ਗਏ। ਤੇ ਦੂਸਰੇ ਪਾਸੇ ਮਾਰ ਕਹਿੰਦੇ ਕਿ ਇਹਦੇ ਨਾਲ ਸਰਕਾਰ ਦੀ ਮਤਲਬ ਹੀਣ ਹੁੰਦੀ ਆ, ਸਰਕਾਰ ਦੀ ਵੀ ਬਦਨਾਮੀ ਹੁੰਦੀ ਆ ਕਿ ਦੇਖੋ ਮੁੱਖ ਮੰਤਰੀ ਬੁਲਾਵੇ ਤਾਂ ਵੀ ਲੀਡਰ ਨਾ ਆਉਣ ਜੀ। ਸੋ ਇਹ ਵੀ ਇੱਕ ਪੱਖ ਹੈਗਾ। ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਬਕਾਇਦਾ ਤੌਰ ਤੇ ਟੈਗੋਰ ਥੀਏਟਰ ਦੇ ਇਨਕਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਤੁਰੰਤ ਉਸੇ ਤਰ੍ਹਾਂ ਜਿਵੇਂ ਟੈਗੋਰ ਥੀਏਟਰ ਨੂੰ ਫੋਨ ਕਰਕੇ ਪਹਿਲਾਂ ਪੁੱਛਿਆ ਸੀ ਕਿ 1 ਤਰੀਕ ਨੂੰ ਹਾਲ ਵਿਹਲਾ ਹੈਗਾ, ਉਹਨਾਂ ਨੇ ਕਿਹਾ ਹੈਗਾ। ਜਦੋਂ ਚਿੱਠੀ ਭੇਜੀ ਪਤਾ ਲੱਗਿਆ ਬਹਿਸ, ਉਹ ਕਹਿੰਦੇ ਇਹਦੇ ਲਈ ਨਹੀਂ ਹੈਗਾ ਜੀ। ਇਸੇ ਤਰ੍ਹਾਂ ਫੋਨ ਕੀਤਾ ਸੀਐਮ ਹਾਊਸ ਤੋਂ ਜੀ ਯੂਨੀਵਰਸਿਟੀ ਨੂੰ, ਤੇ ਯੂਨੀਵਰਸਿਟੀ ਨੇ ਦੱਸਿਆ ਕਿ 1 ਤਰੀਕ ਨੂੰ ਹਾਲ ਵਿਹਲਾ ਹੈਗਾ ਜੀ। ਕਹਿੰਦੇ ਹਾਂਜੀ ਵਿਹਲਾ। ਫਿਰ ਚਿੱਠੀ ਗਈ ਬਹਿਸ ਬੂਸ ਲਈ, ਤੇ ਯੂਨੀਵਰਸਿਟੀ ਕਹਿੰਦੀ ਜੀ ਅਸੀਂ ਹਾਮੀ ਭਰਤੀ ਕਿ ਅਸੀਂ ਹਾਲ ਦੇਣਾ, ਬਾਕੀ ਪ੍ਰਬੰਧ ਸਾਡਾ ਨਹੀਂ, ਬਾਕੀ ਪ੍ਰਬੰਧ ਸਰਕਾਰ ਨੇ ਕਰਨਾ। ਸੋ ਯੂਨੀਵਰਸਿਟੀ ਵੱਲੋਂ ਹਾਮੀ ਹੈ ਜੀ, ਠੀਕ ਹੈ, ਪੰਜਾਬ ਦੀ ਯੂਨੀਵਰਸਿਟੀ ਹੈ, ਪੰਜਾਬ ਦੀ ਸਰਕਾਰ ਹੈ, ਤੇ ਹੁਣ ਉੱਥੇ ਕੋਈ ਮਸਲਾ ਨਹੀਂਗਾ। ਹੁਣ ਰਾਜਪਾਲ ਉੱਥੇ ਟੰਗ ਅੜਾ ਨਹੀਂ ਸਕਦੇ ਸਿੱਧੇ ਰੂਪ ਚ ਜੀ। ਸੋ ਇਸ ਲਈ ਉੱਥੇ ਹੁਣ ਬਹਿਸ ਦਾ ਥਾਂ ਤੈਅ ਹੋ ਗਈ ਹੈ। ਸੁਨੀਲ ਜਾਖੜ ਕਹਿੰਦੇ ਸੀ ਕਿ ਜਾਂ ਅਬੋਹਰ ਆ ਜਾਓ ਜਾਂ ਲੁਧਿਆਣੇ ਆ ਜਾਓ। ਠੀਕ ਹੈ, ਉਹ ਲੁਧਿਆਣੇ ਜਾ ਵੜੇ ਹੋ। ਹਾਂ, ਅਗਲੇ ਲੁਧਿਆਣੇ ਆ ਗਏ, ਹੁਣ ਸੁਨੀਲ ਜਾਖੜ ਨੂੰ ਤਾਂ ਜਾਣਾ ਚਾਹੀਦਾ। ਪ੍ਰਤਾਪ ਬਾਜਵਾ ਕਹਿੰਦਾ ਨਹੀਂ ਜੀ, ਇੱਥੇ ਦੀ ਬਜਾਏ ਦਿੱਲੀ ਜਾਓ ਜੀ, ਇਹ ਤਾਂ ਗਲਤ ਰਾਹ ਹੈ ਜੀ। ਤੁਸੀਂ ਇਹ ਕਹੋ ਕਿ ਅਸੀਂ ਦਿੱਲੀ ਜਾਂਦੇ ਹਾਂ ਜੀ, ਤੁਸੀਂ ਚਲੇ ਜਾਓ ਦਿੱਲੀ, ਤੁਹਾਡੀ ਤਾਂ ਸਰਕਾਰਾਂ ਰਹੀਆਂ, ਤੁਸੀਂ ਕਿੰਨੇ ਕੁ ਦਿੱਲੀ ਗਏ ਸੀ ਪਾਣੀ ਲਈ ਜੀ। ਸੋ ਇਸ ਲਈ ਇਹਦੇ ਪਰ ਰਾਜਨੀਤੀ ਹੋਰ ਗੰਭੀਰ ਹੋਣੀ ਹੈ, ਇਹ ਮਾਮਲਾ ਹੋਰ ਉਲਝਣਾ ਹੈ, ਇੱਕ ਦੂਜੇ ਨੂੰ ਨੀਵੇਂ ਦਿਖਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੋਣਾ। ਪਾਣੀਆਂ ਨੂੰ ਬਚਾਉਣ ਲਈ, ਪਾਣੀਆਂ ਦੇ ਹੱਲ ਲਈ, ਪੰਜਾਬ ਦੇ ਮਸਲਿਆਂ ਦੇ ਹੱਲ ਲਈ, ਬੇਸ਼ੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ SYL ਦੇ ਮੁੱਦੇ ਤੇ ਹੈ, ਔਰ ਇਹ ਡਿਬੇਟ ਖੁੱਲੇ ਪੰਜਾਬ ਦੇ ਮੁੱਦਿਆਂ ਦੇ ਨਾਂ ਦੇ ਉੱਤੇ ਹੈ, ਪਰ ਹੁਣ ਇਹ ਸੀਮਤ ਹੋ ਰਹੀ ਹੈ SYL ਦੇ ਉੱਤੇ ਜੀ। ਤੋ ਇਹ ਸਾਰਾ ਵਰਤਾਰਾ ਕਿੱਥੇ ਜਾ ਕੇ ਰੁਕੇਗਾ ਦੇਖਣ ਵਾਲੀ ਗੱਲ ਹੋਗੀ, ਪਰ ਇਹਦੇ ਵਿੱਚੋਂ ਰੱਤਾ ਵੀ ਹੱਲ ਨਿਕਲਦਾ ਨਹੀਂ ਦਿਖਦਾ। ਸਵੈ ਇੱਕ ਦੂਏ ਨੂੰ ਨੀਵਾਂ ਦਿਖਾਉਣ ਤੋਂ ਇਲਾਵਾ ਇਹਦੇ ਵਿੱਚੋਂ ਕੁਝ ਨਹੀਂ ਲੱਭਣਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ। ਇਸੇ ਕਰਕੇ ਤਾਂ ਸ਼ਰਮਾ ਜੀ ਲੋਕ ਕੋਈ ਬਹੁਤੀ ਤਰਜੀਹ ਵੀ ਨਹੀਂ ਦੇ ਰਹੇ ਨਾ, ਲੋਕ ਗੰਭੀਰਤਾ ਦੇ ਨਾਲ ਵੀ ਨਹੀਂ ਲੈ ਰਹੇ। ਤੁਹਾਡੇ ਕਿਸੇ ਵੀ ਸਿਆਸੀ ਪੁਆਇੰਟ ਨੂੰ ਜਦੋਂ ਤੁਹਾਡੀ ਆਵਾਮ ਗੰਭੀਰਤਾ ਨਾਲ ਨਾ ਲਵੇ ਤਾਂ ਇਹਦਾ ਮਤਲਬ ਹੈ ਕਿ ਜਿਹੜੇ ਕਦਮਾਂ ਤੇ ਤੁਸੀਂ ਚੱਲ ਰਹੇ ਹੋ ਜਾਂ ਜਿਹੜੀ ਤੁਸੀਂ ਰਣਨੀਤੀ ਉਲੀਕੀ ਹੈ ਉਹ ਫੇਲ ਸਾਬਤ ਹੋ ਗਈ ਅੱਗੇ ਜਾ ਕੇ, ਕਿਉਂਕਿ ਲੋਕਾਂ ਨੂੰ ਉਹ ਪਾਈ ਨਹੀਂ, ਤੇ ਲੋਕ ਉਸੇ ਚੀਜ਼ ਵੱਲ ਹੀ ਜਾਂਦੇ ਨੇ ਜਿੱਥੇ ਲੋਕਾਂ ਨੂੰ ਇਹ ਲੱਗਦਾ ਕਿ ਮੇਰੀ ਗੱਲ ਹੈ ਜਾਂ ਮੇਰੇ ਨਾਲ ਦੀ ਗੱਲ ਹੈ। ਸੋ ਦੇਖਦੇ ਹਾਂ, ਜਿਵੇਂ ਤੁਸੀਂ ਚਰਚਾ ਕਰਕੇ ਹਟੇ ਹੋ ਕਿ ਇਹ ਕੀ ਅੱਗੇ ਜਾ ਕੇ ਰੁਖ ਲੈਂਦੀ ਹੈ, ਪਰ ਫਿਲਹਾਲ ਇਹਦੇ ਚੋਂ ਨਿਬੜਦਾ ਕੱਖ ਨਹੀਂ ਦਿਖਾਈ ਦੇ ਰਿਹਾ। ਹਾਈ ਕੋਰਟ ਦੇ ਵੱਲ ਚੱਲਦੇ ਹਾਂ ਸ਼ਰਮਾ ਜੀ। ਹਾਈ ਕੋਰਟ ਦੇ ਵਿੱਚੋਂ ਝਾੜਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ, ਤੇ ਇੱਕ ਵਾਰ ਫੇਰ ਤਲਖ ਟਿੱਪਣੀ ਕੀਤੀ ਹੈ। ਲੰਘੇ ਦਿਨੀ ਆਪਾਂ ਚਰਚਾ ਕੀਤੀ ਸੀਗੀ ਕਿ DGP ਨੂੰ ਪੇਸ਼ ਹੋਣਾ ਪਿਆ ਸੀ ਇੱਕ ਮਾਮਲੇ ਦੇ ਵਿੱਚ, ਤੇ ਹੁਣ ਫਿਰ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਹੈ। ਹੁਣ ਤੁਹਾਡੇ ਵਰਗਾ ਮਾਤੜ ਜਾਂ ਮੇਰੇ ਵਰਗਾ ਬੰਦਾ ਕਹਿ ਦੇ ਤਾਂ ਉਹਨੂੰ ਦੋ ਚੀਜ਼ਾਂ ਹੀ ਸਾਹਮਣਾ ਕਰਨਾ ਪੈਂਦਾ, ਜਾਂ ਤਾਂ ਡੈਫੇਮੇਸ਼ਨ ਜੇ ਕੋਈ ਥੋੜਾ ਜਿਹਾ ਜ਼ਿਆਦਾ ਰੁਤਬੇਦਾਰ ਹੈ, ਤੇ ਜਾਂ ਫਿਰ ਤੱਥ ਨੇ ਤੜਕੇ ਆ ਕੇ ਪੁਲਿਸ ਚੱਕ ਹੀ ਲੈਂਦੇ। ਤੁਹਾਨੂੰ ਪਤਾ ਇੱਥੇ ਤਾਂ ਵਿਧਾਇਕ ਵੀ ਨਹੀਂ ਛੱਡੇ ਗਏ, ਆਪਣੀ ਤੇ ਤੁਹਾਡੀ ਤੇ ਕੀ ਪੁਲਿਸ ਦੇ ਸਾਹਮਣੇ ਕਿੰਨੀ ਆਪਾਂ ਹੈਸੀਅਤ ਰੱਖਦੇ ਹਾਂ ਜੀ। ਪ੍ਰਵੀਨ ਜੀ, ਕੱਲ ਪੰਜਾਬ ਦੇ ਗ੍ਰਹਿ ਸਕੱਤਰ ਤੇ ਪੰਜਾਬ ਦੇ ਪੁਲਿਸ ਮੁਖੀ ਜੀ, DGP ਤੇ ਮਤਲਬ ਕਿ ਗ੍ਰਹਿ ਸਕੱਤਰ ਨੂੰ ਦੋਵਾਂ ਨੂੰ ਕੱਲ ਝਾੜਾਂ ਪਈਆਂ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਜੀ। ਜਾਂ ਇਹ ਕਹਿ ਲਓ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜਾ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ। ਠੀਕ ਹੈ ਜੀ। ਮਾਮਲਾ ਹੈਗਾ 2020 ਦਾ। 2020 ਦੇ ਵਿੱਚ ਇੱਕ ਤਸਕਰ ਦੇ ਨਾਂ ਦੇ ਉੱਤੇ ਇੱਕ ਵਿਅਕਤੀ ਫੜਿਆ ਪੁਲਿਸ ਨੇ। ਉਹ ਬੰਦਾ ਕਹਿੰਦਾ ਜੀ, ਉਹਨੇ ਅਪੀਲ ਲਾਈ ਆ ਕਿ ਜਨਾਬ ਮੇਰੇ ਮਾਮਲੇ ਦੇ ਵਿੱਚ ਪੁਲਿਸ ਨੇ ਚਲਾਨ ਵੀ ਪੇਸ਼ ਕਰਤਾ, 2020 ਦਾ ਕੇਸ ਹੈ ਤੇ ਅਜੇ ਤੱਕ ਗਵਾਹ ਨਹੀਂ ਭੁਗਤਦੇ, ਤੇ ਗਵਾਹ ਨਹੀਂ ਭੁਗਤਦੇ ਫਿਰ ਮੇਰਾ ਕੀ ਕਸੂਰ ਆ, ਮੇਰੀ ਜ਼ਮਾਨਤ ਵਾਲੀ ਅਰਜ਼ੀ ਤੇ ਚਰਚਾ ਹੋਵੇ, ਮੈਨੂੰ ਕਾਨੂੰਨੀ ਅਧਿਕਾਰ ਤਾਂ ਹੈਗੇ ਆ। ਤੇ ਉਹ ਕਹਿੰਦਾ ਇਸ ਸਥਿਤੀ 'ਚ ਉਹਨੇ ਪਰਚੀ ਐਪਲੀਕੇਸ਼ਨ ਲਾਈ, ਤੇ ਉਹਦੇ ਪਰ ਜਦੋਂ ਸੁਣਵਾਈ ਹੋਈ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਜਿਹੜੇ ਇਸ ਮਾਮਲੇ ਨੂੰ ਦੇਖ ਰਹੇ ਸੀ, ਉਹਨਾਂ ਨੇ DGP ਔਰ ਗ੍ਰਹਿ ਸਕੱਤਰ ਦੀ ਮੌਜੂਦਗੀ 'ਚ ਪੁੱਛਿਆ ਕਿ ਭਾਈ ਦੱਸੋ ਇਹਦਾ ਕੀ ਮਤਲਬ ਸਮਝਿਆ ਜਾਵੇ। ਕਹਿੰਦੇ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਫੇਲ ਆ ਨਸ਼ੇ ਦੇ ਮਾਮਲੇ 'ਚ ਕਾਰਵਾਈ 'ਚ, ਪੰਜਾਬ ਪੁਲਿਸ ਕੁਝ ਕਰ ਨਹੀਂ ਰਹੀ ਜੀ, ਤੇ ਆ ਮਾਮਲਾ ਮੇਰੇ ਸਾਹਮਣੇ ਖੜਾ ਕਿ ਇਸ ਮਾਮਲੇ ਦੇ ਵਿੱਚ 20 ਗਵਾਹ ਸੀ। ਠੀਕ ਹੈ,
ਪ੍ਰਵੀਨ ਜੀ 2020 ਦੇ ਇਸ ਮਾਮਲੇ ਦੇ ਵਿੱਚ 20 ਗਵਾਹ ਸੀ, ਅਜੇ ਤੱਕ ਇੱਕ ਭੁਗਤਿਆ, 19 ਨਹੀਂ ਭੁਗਤੇ। ਤੇ 19 ਪਤਾ ਵੀ ਕੌਣ ਨੇ? ਅੱਛਾ, ਪੁਲਿਸ ਵਾਲੇ ਜੀ। 19 ਦੇ 19 ਗਵਾਹ ਪੁਲਿਸ ਮੁਲਾਜ਼ਮ ਨੇ ਤੇ ਉਹ ਭੁਗਤੇ ਨਹੀਂ। ਤਾਂ ਕਹਿੰਦੇ ਇਹਦਾ ਮਤਲਬ ਤਾਂ ਇਹੀ ਸਮਝੀਏ ਨਾ ਕਿ ਤੁਸੀਂ ਤਸਕਰਾਂ ਨਾਲ ਮਿਲੇ ਹੋਏ ਹੋ, ਕਿਹਨੂੰ ਫਸਾ ਕੇ ਰੱਖਣਾ, ਕਿਹਨੂੰ ਬਚਾਉਣਾ, ਕਿਹਦੇ ਪਰ ਕੀ ਕਰਨਾ। ਕਹਿੰਦੇ ਇਹਦਾ ਮਤਲਬ ਪੰਜਾਬ ਦੇ ਵਿੱਚ ਨਸ਼ੇ ਦੀ ਜੋ ਸਥਿਤੀ ਆ ਉਹਦੇ ਲਈ ਪੁਲਿਸ ਜ਼ਿੰਮੇਵਾਰ। ਸੋ ਸਿੱਧੇ ਰੂਪ ਚ ਉਹਨੇ ਪੁਲਿਸ ਦੇ ਉੱਤੇ ਸਵਾਲ ਖੜਾ ਕੀਤਾ ਕਿ ਤੁਸੀਂ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਹੋ। ਪੰਜਾਬ ਸਰਕਾਰ ਦੀ ਨਾਕਾਮੀ ਆ, ਪੰਜਾਬ ਸਰਕਾਰ ਦੀ ਫੇਲੀਅਰ ਆ, ਤੇ ਪੁਲਿਸ ਮੈਨੂੰ ਕੁਝ ਕਰਦੀ ਦਿਖਦੀ ਨਹੀਂ। ਤੇ ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਤੇ ਪੰਜਾਬ ਦੇ ਗ੍ਰਹਿ ਸਕੱਤਰ ਨੇ ਮਾਫੀ ਮੰਗੀ ਹਾਈ ਕੋਰਟ ਚ। ਅੱਛਾ। ਤੇ ਮਾਫੀ ਮੰਗਣ ਤੋਂ ਬਾਅਦ ਜਦੋਂ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਨਹੀਂ ਜੀ ਅਸੀਂ ਐਕਸ਼ਨ ਲਵਾਂਗੇ, ਅਸੀਂ ਕਾਰਵਾਈ ਕਰ ਰਹੇ ਹਾਂ, ਉਹ ਕਹਿੰਦੇ ਮੈਨੂੰ ਭਰੋਸਾ ਨਹੀਂ ਚਾਹੀਦਾ, ਮੈਨੂੰ ਕਾਰਵਾਈ ਚਾਹੀਦੀ ਆ। ਅੱਛਾ ਜੀ। ਮੈਨੂੰ ਲਿਖਤੀ ਤੱਥ ਲਿਆਓ ਕਿ ਤੁਸੀਂ ਹੁਣ ਤੱਕ ਕਿਹੜੇ ਤਸਕਰ ਫੜ ਲਏ। ਤੇ ਹੁਣ ਪ੍ਰਵੀਨ ਜੀ ਮੈਨੂੰ ਲੱਗਦਾ ਕਿ ਜਦੋਂ ਇਹ ਫਾਈਲਾਂ ਲੈ ਕੇ ਜਾਣਗੇ, ਕਿਉਂਕਿ ਟਾਰਗੇਟ ਤਾਂ ਦਿੱਤੇ ਹੋਏ ਨੇ ਪੁਲਿਸ ਨੂੰ ਕਿ ਹਰ ਮਹੀਨੇ ਇੰਨੇ ਪਰਚੇ, ਹਰ ਮਹੀਨੇ ਇੱਕ ਪ੍ਰੈਸ ਕਾਨਫਰੰਸ, ਤੇ ਉਹ ਕਹਿੰਦੇ ਜਦੋਂ ਤੱਥ ਲੈ ਕੇ ਜਾਣਗੇ ਤਾਂ ਮਾਣਯੋਗ ਅਦਾਲਤ ਨੇ ਉਹਨਾਂ ਫਾਈਲਾਂ ਦਾ ਵਜਨ ਵੀ ਤੋਲਣਾ ਕਿ ਕਿੰਨੇ ਕਿੰਨੇ ਗ੍ਰਾਮ ਵਾਲੀਆਂ ਨੇ ਤੇ ਕਿੰਨੇ ਕਿੰਨੇ ਕੁਆਂਟਲ ਵਾਲੀਆਂ ਨੇ। ਕਿ ਕਿਤੇ 10 ਗ੍ਰਾਮ 20 ਗ੍ਰਾਮ 30 ਗ੍ਰਾਮ ਵਾਲੀ ਤਾਂ ਨਹੀਂ ਕੋਈ ਕੁਆਂਟਲ ਵਾਲਾ ਫੜਿਆ ਜੀ। ਸੋ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਸਖਤ ਤਾੜਨਾ ਕੀਤੀ ਗਈ ਆ ਕਿ ਸਾਨੂੰ ਤੱਥਾਂ ਦੇ ਆਧਾਰ ਤੇ ਦੱਸਿਆ ਵੀ ਜਾਵੇ ਤੁਸੀਂ ਕੀਤਾ ਕੀ ਆ, ਤੇ ਇਸ ਤੋਂ ਬਾਅਦ ਸਾਨੂੰ ਐਕਸ਼ਨ ਦੇ ਰੂਪ ਚ ਨਜ਼ਰ ਆਉਣਾ ਚਾਹੀਦਾ। ਤੇ ਹੁਣ ਡੀਜੀਪੀ ਜੀ ਕਹਿੰਦੇ ਫਿਰ ਰਹੇ ਨੇ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਹੜੀ ਵੀ ਧਿਰ ਹੋਊਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ। ਤੇ ਇੱਧਰ 1.5 ਸਾਲ ਦਾ ਮਸਲਾ ਨਹੀਂਗਾ, ਪਹਿਲੀਆਂ ਸਰਕਾਰਾਂ ਦੇ ਵੀ ਤਾਂ ਇਹੀ ਕਰ ਰਹੇ ਸੀ ਨਾ। ਸੋ ਇਸ ਲਈ ਇਸ ਸਥਿਤੀ ਤੱਕ ਪੰਜਾਬ ਨੂੰ ਪਹੁੰਚਾਉਣ ਚ ਪਹਿਲਿਆਂ ਦੀ ਭੂਮਿਕਾ ਤੇ ਅੱਜ ਵਾਲੀ ਸਰਕਾਰ ਦਾ ਵੀ ਚੁੱਪ ਵੱਟਣਾ ਇਹ ਵੱਡਾ ਸਵਾਲ ਪੈਦਾ ਕਰਦਾ ਕਿ ਨਸ਼ਾ ਤਸਕਰਾਂ ਨਾਲ ਪੁਲਿਸ ਮਿਲੀ ਹੋਈ ਆ, ਸਰਕਾਰ ਮਿਲੀ ਹੋਈ ਆ, ਜਾਂ ਸਿਆਸਤਦਾਨ ਮਿਲੇ ਹੋਏ ਆ। ਤੇ ਅਗਲੀ ਖਬਰ ਦੇ ਵੱਲ ਜਦੋਂ ਵੱਧਦੇ ਆ ਤੇ ਖਬਰ ਵੀ ਇਸੇ ਤਰ੍ਹਾਂ ਦੀ ਹੈ ਸ਼ਰਮਾ ਜੀ, ਉਹ ਵੀ ਨਸ਼ੇ ਦੀ ਬਾਬਤ ਹੀ ਗੱਲਬਾਤ ਹੋ ਰਹੀ ਹੈ, ਪਰ ਉਹ ਕਰ ਰਹੇ ਨੇ ਰਾਜਪਾਲ। ਉਹ ਕਹਿ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਆਮਦ ਉਹਦੇ ਵਿੱਚ 50% ਦਾ ਵਾਧਾ ਹੋ ਗਿਆ। ਪ੍ਰਵੀਨ ਜੀ ਆਪਾਂ ਕੱਲ ਇੱਕ ਖਬਰ ਕਰਕੇ ਹਟਿਆ ਫਿਰੋਜ਼ਪੁਰ ਦੇ ਹਵਾਲੇ ਨਾਲ ਕਿ ਉੱਥੇ ਇੱਕ ਨਸ਼ਾ ਛਡਾਊ ਕੇਂਦਰ ਫੜਿਆ ਜਿੱਥੇ 36 ਜਵਾਕ 2 ਕਮਰਿਆਂ ਚ ਨੂੜੇ ਹੋਏ ਸੀ ਨਾ। ਅੱਜ ਫਿਰ ਕੱਲ ਦੇਰ ਰਾਤ ਭਾਰਤੀ ਸਮੇਂ ਅਨੁਸਾਰ ਖਬਰ ਸਾਡੇ ਕੋਲ ਆਈ ਕਿ ਲੁਧਿਆਣੇ ਚ ਵੀ ਇੱਕ ਫੜ ਲਿਆ। ਦਰਾਹੇ ਦੇ ਲਾਗੇ ਇੱਕ ਫੜਿਆ ਗਿਆ, ਉੱਥੇ 28 ਜਵਾਕ ਸੀਗੇ, ਜਿਹੜੇ ਕਮਰਿਆਂ ਚ ਨੂੜੇ ਹੋਏ ਸੀ, ਤੇ ਉਹ ਕਹਿੰਦੇ ਸਾਨੂੰ ਚੱਪਲਾਂ ਨਾਲ ਕੁੱਟਦੇ ਸੀ, ਰੋਟੀ ਵੀ ਪੂਰੀ ਤਰ੍ਹਾਂ ਨਹੀਂ ਦਿੰਦੇ ਸੀ, ਤੋੜ ਲੱਗਣ ਤੇ ਜਿਹੜੀ ਦਵਾਈ ਮਿਲਣੀ ਚਾਹੀਦੀ ਉਹ ਦਵਾਈ ਵੀ ਨਹੀਂ ਦਿੰਦੇ ਸੀ, ਇਲਾਜ ਨਾਲ ਕੋਈ ਚੀਜ਼ ਨਹੀਂ। ਤੇ ਹੁਣ ਪੁਲਿਸ ਨੇ ਮੁੰਡੇ ਛਡਾ ਲਏ ਤੇ ਜਿਹੜੇ ਚਲਾਉਣ ਵਾਲੇ ਨੂੰ ਫੇਰ ਫਰਾਰ ਨੇ ਜੀ। ਇੱਕ ਪਾਸੇ ਨਸ਼ੇ ਦੀ ਆਮਦ ਨਹੀਂ ਰੁਕਦੀ, ਦੂਏ ਪਾਸੇ ਨਸ਼ੇ ਦੀ ਆੜ ਦੇ ਵਿੱਚ ਧੰਦੇ 15-15 ਇੱਥੇ ਵੀ ਲਿਆ ਜਾ ਰਿਹਾ ਸੀ। ਇਹ 15,000 ਪਤਾ ਨਹੀਂ ਤੈਅ ਕੀਤਾ ਹੋਇਆ, ਇਹ ਵੀ ਨਸ਼ਾ ਛਡਾਊ ਕੇਂਦਰਾਂ ਦੇ ਗੈਂਗਸਟਰਾਂ ਨੇ ਕੋਈ। ਸੋ ਇੱਧਰ ਦੂਸਰੇ ਪਾਸੇ ਰਾਜਪਾਲ ਪੰਜਾਬ ਫੇਰੀ ਤੇ ਰਹੇ ਤੇ ਕਹਿੰਦੇ ਪੰਜਾਬ ਨੂੰ ਸਮਝ ਰਿਹਾ ਦਫ਼ਤਰੋਂ ਨਿਕਲ ਕੇ, ਤੇ ਪਰ ਮੈਨੂੰ ਤਾਂ ਨਸ਼ਾ ਦਿਖਦਾ ਕਹਿੰਦੇ ਜੀ। ਅੰਮ੍ਰਿਤਸਰ ਪਹੁੰਚੇ ਹੋਏ ਸੀ ਕੱਲ, ਪਹਿਲਾਂ ਵੀ ਜਾ ਕੇ ਆਏ ਨੇ ਤੇ ਹੁਣ ਫੇਰ ਉੱਥੇ ਸੀ। ਤੇ ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜੀ ਗੱਲ ਕਹੀ ਸੀ ਉਹਨੂੰ ਹੋਰ ਤਰ੍ਹਾਂ ਦੁਹਰਾਇਆ। ਇੱਕ ਦਿਨ ਪਹਿਲਾਂ ਉਹ ਕਹਿ ਰਹੇ ਸੀਗੇ ਕਿ ਮੈਂ ਪੁਲਿਸ ਨੂੰ ਅਪੀਲ ਕਰਦਾ ਜਾਂ ਉਹਨਾਂ ਨੂੰ ਸਲਾਹ ਦਿੰਦਾ ਕਿ ਭਾਈ ਉਹ ਨਸ਼ਾ ਤਸਕਰਾਂ ਦੀ ਸਿਫਾਰਸ਼ਾਂ ਲੈ ਕੇ ਜੇ ਐਮਐਲਏ ਆਉਂਦੇ ਨੇ ਉਹਦੀ ਸਿਫਾਰਸ਼ ਨਾ ਸੁਣਿਓ। ਕੱਲ ਕਹਿੰਦੇ ਮੇਰੇ ਕੋਲ ਅੰਕੜੇ ਪਏ ਨੇ ਜੀ ਕਿ 50% ਪੰਜਾਬ ਦੇ ਵਿੱਚ ਨਸ਼ੇ ਦੀ ਆਮਦ ਵੱਧ ਗਈ। ਬਾਰਡਰ ਪਾਰ ਤੋਂ ਕਹਿੰਦੇ ਨਵੇਂ ਤਰ੍ਹਾਂ ਦੀ ਲੜਾਈ ਛੇੜੀ ਗਈ ਆ, ਪੰਜਾਬ 'ਚ ਹਥਿਆਰ ਤੇ ਨਸ਼ਾ ਭੇਜਿਆ ਜਾ ਰਿਹਾ। ਤੇ ਪੰਜਾਬ ਪੁਲਿਸ ਕਹਿੰਦੇ ਦੱਸੋ ਜੀ ਕੀ ਕਰਦੀ ਹੈ, ਕੀ ਫੜਦੀ ਹੈ, ਕੀ ਨਹੀਂ ਫੜਦੀ, ਇਹਦਾ ਹਿਸਾਬ ਦੱਸੋ ਮੈਨੂੰ ਕਹਿੰਦੇ। ਅੱਛਾ। ਤੇ ਕਹਿੰਦੇ ਮੈਂ ਫੇਰ ਪੰਜਾਬ ਪੁਲਿਸ ਨੂੰ ਕਹਿੰਦਾ ਕਿ ਦਬਾਅ ਹੇਠ ਕੰਮ ਨਾ ਕਰੋ, ਰਾਜਨੀਤਿਕ ਸਰਕਾਰੀ ਦਬਾਅ ਹੇਠ ਕੰਮ ਨਾ ਕਰੋ। ਉਹਨਾਂ ਨੇ ਫੇਰ ਉਂਗਲੀ ਸਰਕਾਰ ਤੇ ਧਰੀ ਆ। ਕੀ ਉਹ ਬਦਲਾਖੋਰੀ ਦੇ ਹਵਾਲੇ ਨਾਲ ਉਂਗਲ ਧਰ ਰਹੇ ਨੇ ਜੀ, ਜਾਂ ਫਿਰ ਲਗਾਤਾਰ ਜਿਹੋ ਜਿਹੀਆਂ ਖਬਰਾਂ ਵਾ ਨਿੱਤ ਦਿਨ ਮੌਤ ਦੀਆਂ ਨਸ਼ੇ ਕਾਰਨ, ਨਿੱਤ ਦਿਨ ਨਸ਼ਾ ਛਡਾਊ ਕੇਂਦਰਾਂ ਦੇ ਹਵਾਲੇ ਨਾਲ, ਆ ਤਾਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹਵਾਲੇ ਨਾਲ, ਹੈ ਨਾ, ਪੰਜਾਬ ਪੁਲਿਸ ਦੀ ਇੱਕ ਟਾਰਗੇਟ ਵਾਲੀ ਚਿੱਠੀ ਦੇ ਹਵਾਲੇ ਨਾਲ, ਤੇ ਆ ਰਾਜਪਾਲ ਦੇ ਹਵਾਲੇ ਨਾਲ ਕਿ ਪੰਜਾਬ 'ਚ ਨਸ਼ੇ ਦੀ ਆਮਦ ਹੁਣ 50% ਵਾਧਾ ਹੋ ਗਿਆ। ਇਹਦਾ ਮਤਲਬ ਸਿੱਧੀ ਇਹ ਮੰਨੀਏ ਕਿ ਜਿੰਨੀ ਪਹਿਲਾਂ ਆਉਂਦੀ ਸੀ ਹੁਣ ਉਹ 1.5 ਗੁਣਾ ਹੋ ਗਈ। ਜੇ 100 ਆਉਂਦੀ ਸੀ ਤਾਂ ਹੁਣ 150 ਹੋ ਗਈ ਜੀ। ਸੋ ਇਸ ਲਈ ਆਪਣੇ ਆਪ 'ਚ ਫਿਕਰਮੰਦੀ ਵਾਲੀ ਗੱਲ ਆ ਕਿ ਕੀ ਇਹ ਸ਼ਾਸਨ ਵਿਰੋਧੀ ਸ਼ਕਤੀਆਂ, ਦੇਸ਼ ਵਿਰੋਧੀ ਤਾਕਤਾਂ ਤੇ ਉਹਦੇ ਵਿੱਚ ਚੰਦ ਸਿੱਕਿਆਂ ਦੇ ਲਾਲਚ, ਸਾਡਾ ਸਿਸਟਮ, ਸਾਡੇ
ਸਿਆਸਤਦਾਨ ਤੇ ਸਾਡੇ ਅਧਿਕਾਰੀ ਮਿਲ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਨੇ। ਪਹਿਲਾਂ ਹੀ ਪੰਜਾਬ ਦੀ ਜਵਾਨੀ ਤੁਸੀਂ ਬੇਕਾਰ ਕਰਕੇ ਰੱਖ ਦਿੱਤੀ ਆ। ਨਾ ਉਹਨਾਂ ਲਈ ਰੁਜ਼ਗਾਰ ਆ, ਨਾ ਉਹਨਾਂ ਲਈ ਸਾਧਨ ਨੇ, ਨਾ ਉਹਨਾਂ ਲਈ ਕੋਈ ਕਾਰੋਬਾਰੀ ਆ, ਤੇ ਨਾ ਉਹਨਾਂ ਲਈ ਸਿੱਖਿਆ ਦਾ ਸਹੀ ਸਿਸਟਮ ਆ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਆ ਨਸ਼ੇ ਦੀ ਆਮਦ ਨੇ। ਪੰਜਾਬ ਦਾ ਘਾਣ ਨਹੀਂ ਕਰਨਾ ਤਾਂ ਹੋਰ ਕੀ ਕਰਨਾ। ਸ਼ਰਮ ਆਉਣੀ ਚਾਹੀਦੀ ਹੈ ਸਿਆਸਤਦਾਨਾਂ ਔਰ ਸਰਕਾਰਾਂ ਨੂੰ, ਜਿਹੜੇ ਇਸ ਮਸਲੇ ਤੇ ਵੀ ਅਜੇ ਤੱਕ ਗੰਭੀਰ ਨਹੀਂ ਹੋਏ। ਤੁਸੀਂ ਨਸ਼ਾ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਦਿਖਦਾ ਹੈ, ਔਰ ਹੈ ਵੀ, ਇਹ ਤੇ ਤਾਂ ਕੋਈ ਦੋ ਰਾਏ ਨਹੀਂ ਸ਼ਰਮਾ ਜੀ। ਸਾਨੂੰ ਪਤਾ ਹੀ ਹੈ ਪੰਜਾਬੀ ਦੇ ਵਿੱਚ ਕਹਾਵਤ ਹੈ, ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ। ਪਰ ਜਿਹੜੀਆਂ ਗੁਜਰਾਤ ਤੋਂ ਖੇਪਾਂ ਬਰਾਮਦ ਹੁੰਦੀਆਂ, ਕਦੇ ਉਹਨਾਂ ਤੇ ਵੀ ਬੋਲੋ। ਬਿਲਕੁਲ, ਇੰਡੀਆ ਦੀ ਸਭ ਤੋਂ ਵੱਡੀ ਖੇਪ ਉਸ ਪੋਰਟ ਤੇ, ਹਾਂਜੀ, ਉਸ ਪੋਰਟ ਤੇ ਬਰਾਮਦ ਹੋਈ ਸੀ। ਹਜ਼ਾਰਾਂ ਕਰੋੜਾਂ ਦੇ ਵਿੱਚ ਉਹਦੀ ਬਾਜ਼ਾਰੀ ਕੀਮਤ ਬਣਦੀ ਸੀ ਉਸ ਹੈਰੋਇਨ ਦੀ। ਇਹ ਵੀ ਦੱਸਣਾ ਕਿ ਉਸ ਪੋਰਟ ਤੋਂ ਜਿਹੜੀ ਨਿਕਲ ਕੇ ਆ ਜਾਂਦੀ ਉਹ ਕਿੱਥੇ ਜਾਂਦੀ ਹੈ, ਉਹ ਕਿੱਥੇ ਜਾਂਦੀ ਹੈ। ਹਾਂ, ਇਹ ਬਿਲਕੁਲ ਇਹ ਵੀ ਗੱਲ ਸ਼ੋਣ ਵਾਲੀ ਹੈ, ਵੀ ਪੱਖ ਸ਼ੋਣ ਵਾਲਾ, ਤੇ ਉਹ ਕਿੱਥੇ ਜਾਂਦੀ। ਹਾਂਜੀ, ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਵਿੱਚ ਦੀ। ਸ਼ਰਮਾ ਜੀ, ਇੱਕ ਵਾਰੀ ਨਾ ਗੋਆ ਦੇ ਵਿੱਚ ਜ਼ਮੀਨੀ ਵਿਵਾਦ ਆ ਜਿਹੜਾ, ਉਸ ਬਾਬਤ ਖਬਰਾਂ ਉੱਠੀਆਂ ਸੀਗੀਆਂ। ਹੁਣ ਫਿਰ ਇੱਕ ਖਬਰ ਜਿਹੜੀ ਆ ਉਹ ਇਸ ਵੱਲ ਇਸ਼ਾਰਾ ਕਰਦੀ ਹੈ ਵੀ ਗੋਆ ਜ਼ਮੀਨੀ ਵਿਵਾਦ ਰੁਕਿਆ ਨਹੀਂ, ਨਾ ਹੀ ਠੰਡੇ ਬਸਤੇ ਦੇ ਵਿੱਚ ਪਿਆ, ਪਰ ਇੱਕ ਬਹੁਤ ਵੱਡੇ ਆਗੂ ਨੂੰ ਆਪਣੇ ਵਲੇਟੇ ਦੇ ਵਿੱਚ ਲੈ ਸਕਦਾ। ਆਗੂ ਨੇ ਚੰਨੀ ਸਾਹਿਬ, ਕਹਿੰਦੇ ਜੇਲ੍ਹ ਦੀ ਸੈਰ ਤੱਕ ਹੋ ਸਕਦੀ ਹੈ। ਪ੍ਰਵੀਨ ਜੀ, ਸੁਖਪਾਲ ਖਹਿਰਾ ਨੂੰ ਜਦੋਂ ਫੜਿਆ, ਹਾਂਜੀ, ਤਦ ਵਿਰੋਧੀ ਦਲਾਂ ਨਾਲੋਂ ਕਾਂਗਰਸ ਦੇ ਕੁਝ ਵੱਡੇ ਚਿਹਰੇ ਅੰਦਰ ਖਾਤੇ ਖੁਸ਼ ਹੋਏ। ਠੀਕ ਹੈ, ਕਿ ਲੈ ਵੀ ਰਗੜ ਹੋ ਗਿਆ, ਸਾਡਾ ਰਾਹ ਸਾਫ਼ ਆ। ਉਹੀ ਜੀ ਖੁਸ਼ੀ ਚੰਨੀ ਦਾ ਜਦੋਂ ਵਿਵਾਦ ਆਉਂਦਾ ਤਾਂ ਵੀ ਹੁੰਦੀ ਹੈ ਨਾ ਲੀਡਰਾਂ ਨੂੰ। ਅੱਛਾ, ਜੀ ਜੀ ਜੀ, ਠੀਕ ਹੈ। ਬੇਸ਼ੱਕ ਚੰਨੀ ਦਾਗਦਾਰ ਆ ਜਾਂ ਬੇਦਾਗ ਆ, ਇਹ ਤਾਂ ਅਦਾਲਤ ਫੈਸਲਾ ਕਰੂਗੀ, ਪਰ ਉਂਗਲ ਇਹਦੇ ਉੱਤੇ ਖਹਿਰੇ ਨਾਲੋਂ ਵੱਧ ਉੱਠੀ ਹੋਈ ਆ। ਕਈ ਮਾਮਲਿਆਂ 'ਚ ਵੱਡੀ ਉਂਗਲਾਂ ਖੜੀਆਂ ਨੇ ਜੀ ਚਰਨਜੀਤ ਚੰਨੀ ਦੇ ਉੱਤੇ। ਠੀਕ ਹੈ, ਪਰ ਤਾਂ ਵੀ ਕੁਝ ਲੀਡਰ ਬੜੇ ਖਾਸਾ ਖੁਸ਼ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਲੈ ਵੀ ਅਗਲੀ ਵਾਰ ਫਿਰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਤਾਂ ਇਹੀ ਨਾ ਬਣ ਜਾਵੇ ਕਿਤੇ, ਕਿਉਂਕਿ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਵੀ ਆ, ਹੈ ਨਾ, ਤੇ ਪਿਛਲੀ ਵਾਰ ਕੈਪਟਨ ਤੋਂ ਬਾਅਦ ਇਹਨੂੰ ਬਣਾ ਵੀ ਦਿੱਤਾ, ਤੇ ਅਗਲੀ ਵਾਰ ਲਈ 2 ਸੀਟਾਂ ਤੋਂ ਲੜਾ ਵੀ ਦਿੱਤਾ, ਚਾਹੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜੀ ਜੀ। ਪਰ ਇਸ ਲਈ ਕਾਂਗਰਸ ਨੂੰ ਇਹ ਤਾਂ ਲੱਗਦਾ। ਹਾਂ, ਇੱਕ ਪਹਿਲੂ ਜ਼ਰੂਰ ਹੈਗਾ ਕਿ ਗੋਆ ਮਾਮਲੇ ਦੇ ਵਿੱਚ ਜਿਹੜਾ ਪਹਿਲੂ ਆ ਉਹ ਇਹ ਹੈ ਕਿ 8 ਏਕੜ ਜ਼ਮੀਨ ਆ ਉੱਥੇ ਜੀ, ਔਰ ਉਹ 8 ਏਕੜ ਜ਼ਮੀਨ ਦੀ ਜਾਣਕਾਰੀ ਚਰਨਜੀਤ ਚੰਨੀ ਨੂੰ ਮੰਤਰੀ ਹੁੰਦਿਆਂ ਹੀ ਸੀਗੀ। ਠੀਕ ਹੈ, ਅੱਛਾ। ਤੇ ਜਦੋਂ ਮੁੱਖ ਮੰਤਰੀ ਬਣੇ, ਜਦ ਇਹ ਕਹਿੰਦੇ ਕੰਮ ਬੁਲਾਓ ਵੀ ਹੋਟਲਾਂ ਵਾਲਿਆਂ ਨੂੰ, ਕਿਉਂਕਿ ਹੋਟਲ ਉਹ ਬੀਚ ਦੇ ਕਿਨਾਰੇ ਆ, ਹੋਟਲਾਂ ਦੀ ਚੇਨ ਆਲੇ ਦੁਆਲੇ ਵੱਡੇ ਹੋਟਲਾਂ ਦੀ, ਤੇ ਉੱਥੇ ਉਹ ਜ਼ਮੀਨ ਆ। ਕਹਿੰਦੇ ਜੀ ਇਹ ਖੇਤੀ ਵਾਲੇ ਸੰਬੰਧ 'ਚ ਵਰਤੀ ਜਾ ਸਕਦੀ ਹੈ ਜ਼ਮੀਨ, ਜਾਂ ਬਾਗ ਲਾਉਣ ਲਈ ਉਹ ਵਰਤੀ ਜਾ ਸਕਦੀ ਆ, ਇਹਦਾ ਕਮਰਸ਼ਲਾਈਜੇਸ਼ਨ ਨਹੀਂ ਹੋ ਸਕਦਾ ਸੀ। ਠੀਕ ਹੈ, ਪਰ ਕਹਿੰਦੇ ਚੰਨੀ ਹੋਰਾਂ ਨੇ ਲੀਜ਼ ਤੇ ਦਿੱਤੀ ਜੀ, ਤੇ ਕਹਿੰਦੇ ਜੀ ਮਤਲਬ ਘੱਟ ਕੀਮਤ ਦੀ ਲੀਜ਼ ਤੇ ਦਿੱਤੀ। ਵਿਜੀਲੈਂਸ ਇਹ ਕਹਿੰਦੀ ਆ ਕਿ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੋਇਆ, ਘੱਟ ਕੀਮਤ ਤੇ ਉਹਦੇ ਪਰ ਦਿੱਤੀ। ਪਰ ਇਹ ਮਾਮਲਾ ਜਾ ਕੇ ਖੜਨਾ, ਇਹਦਾ ਮਤਲਬ ਜੇ ਉਹਨਾਂ ਨੂੰ ਘੱਟ ਕੀਮਤ ਦਿੱਤੀ ਤਾਂ ਕੀਮਤ ਆਪ ਵਸੂਲੀ, ਕੀ ਕਮਿਸ਼ਨ ਲਿਆ, ਕੀ ਦਲਾਲੀ ਖਾਧੀ, ਇਸ ਮਾਮਲੇ ਨੂੰ ਲੈ ਕੇ ਚਰਨਜੀਤ ਚੰਨੀ ਨੂੰ ਘੇਰਿਆ ਜਾ ਰਿਹਾ। ਤੇ ਚੰਨੀ ਕਹਿੰਦਾ ਕਮਾਲ ਦੇਖੋ ਤੁਸੀਂ। ਠੀਕ ਹੈ ਜੀ। ਕਹਿੰਦਾ ਮੇਰੇ ਮੁੰਡੇ ਦਾ ਵਿਆਹ ਹੋਇਆ ਸਧਾਰਨ ਗੁਰੂ ਘਰ ਦੇ ਵਿੱਚ ਸਾਦੇ ਤਰੀਕੇ ਨਾਲ, ਤੇ ਕਹਿੰਦਾ ਹੁਣ ਸਾਡੇ ਕਹਿੰਦਾ ਮਤਲਬ ਗੋਭੀ ਦੇ ਪਕੌੜੇ ਵੀ ਫਰੋਲੀ ਜਾਂਦੇ ਆ, ਤੇ ਆਪਣਾ ਹਿਸਾਬ ਨਹੀਂ ਦਿੰਦੇ। ਜਿਹੜੇ 10-10 ਲੱਖ ਵਾਲੇ ਕਮਰੇ 10 ਦਿਨਾਂ ਦੇ ਲਈ ਲਏ ਸੀ, ਰੋਜ਼ ਦਾ 1 ਦਿਨ ਦਾ 10 ਲੱਖ ਕਰਾਇਆ, ਤੇ ਕਹਿੰਦਾ ਉਹਦੇ ਹਿਸਾਬ ਤੋਂ ਭੱਜ ਰਹੇ ਆ ਕਿ ਕੋਈ ਗੱਲ ਨਹੀਂ, ਕਹਿੰਦਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਤੁਸੀਂ ਮੇਰੀ ਜ਼ਮੀਨ ਫਰੋਲੋ ਗੋਏ ਵਾਲਾ ਮੇਰੇ ਫੈਸਲੇ ਦੀ, ਮੇਰੇ ਸਮੇਂ ਦੀ। ਕਹਿੰਦਾ ਕੋਈ ਨਾ, ਮੈਂ ਵੀ ਤੁਹਾਡਾ ਹਵਾਈ ਹਿਸਾਬ ਲਊਂਗਾ ਪੂਰਾ, ਉੜੇ ਤੁਸੀਂ ਵੀ ਬਹੁਤ ਹੋ ਕਹਿੰਦਾ ਜੀ। ਅੱਛਾ, ਸੋ ਤਿਆਰੀ ਉਧਰ ਵੀ ਪੂਰੀ ਹੈ। ਸੋ ਇਸ ਲਈ ਇਹ ਮਾਨ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਕਿ ਦੂਏ ਕੰਨੀ ਇੱਕ ਉਂਗਲ ਕਰਨ ਲੱਗਿਆ, 4 ਆਪਣੇ ਕੰਨੀ ਵੀ ਹੋਣੀਆਂ ਜੀ ਜੀ। ਸੋ ਉਹਦੇ ਲਈ ਵੀ ਸਰਕਾਰ ਨੂੰ, ਔਰ ਸਦਾ ਕਿਸੇ ਦਾ ਰਾਜ ਨਹੀਂ ਰਿਹਾ ਇੱਥੇ, ਬੜੇ ਬੜੇ ਆ ਕੇ ਚਲੇ ਗਏ ਜੀ ਜੀ। ਸੋ ਆਮ ਆਦਮੀ ਪਾਰਟੀ ਇਸ ਗੱਲ ਨੂੰ ਧਿਆਨ ਰੱਖੇ ਕਿ ਜੇਕਰ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਵਾਲਿਆਂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਰਹੇ ਹੋ, ਤਾਂ ਭਾਈ ਆਪ ਲੁੱਟਣਾ ਬੰਦ ਕਰ ਦਿਓ, ਆਪ ਹਵਾ 'ਚ ਉਡਾਉਣਾ ਬੰਦ ਕਰ ਦਿਓ, ਆਪ ਇਸ ਨੂੰ ਦੂਜੇ ਸੂਬਿਆਂ ਦੇ ਵਿੱਚ ਪ੍ਰਚਾਰਾਂ ਲਈ ਖਰਚਣਾ ਬੰਦ ਕਰ ਦਿਓ। ਨਹੀਂ ਕੱਲ ਨੂੰ ਇਹੀ ਵਿਜੀਲੈਂਸ ਹੋਊਗੀ, ਇਹੀ ਅਧਿਕਾਰੀ ਹੋਣਗੇ, ਦਰਵਾਜ਼ੇ ਤੁਹਾਡੇ ਹੋਣਗੇ। ਹਾਂਜੀ ਹਾਂਜੀ, ਵਿਜੀਲੈਂਸ ਦਾ ਕੀ ਆ, ਉਹਨੇ ਤਾਂ ਜਿਹੜਾ ਉੱਪਰੋਂ ਇਸ਼ਾਰਾ ਮਿਲ ਗਿਆ ਉਧਰ ਨੂੰ ਹੀ ਰੂਟ ਤੈਅ ਕਰਨਾ। ਕਦੇ ਵਿਜੀਲੈਂਸ ਮੈਂ ਪਟਿਆਲੇ ਵੱਲ ਨੂੰ ਹੋ ਤੁਰਦੀ ਸੀ, ਤੇ ਉਹੀ ਵਿਜੀਲੈਂਸ ਪਹਿਲਾਂ ਲੰਬੀ ਬਾਦਲ ਗੇੜੇ ਕੱਢਦੀ ਫਿਰਦੀ ਹੁੰਦੀ ਸੀ। ਸੋ ਉਹ ਤਾਂ ਉਵੇਂ ਹੀ ਚੱਲਦਾ ਕੰਮ। ਪਰ ਬਿਲਕੁਲ ਰਾਜ ਸਦਾ ਨਹੀਂ ਰਹਿਣਾ। ਸ਼ਰਮਾ ਜੀ, ਤੁਹਾਡੀ ਗੱਲ ਬਿਲਕੁਲ ਸੱਚ ਆ। ਰਾਜ ਤਾਂ ਉਹਨਾਂ ਦਾ ਨਹੀਂ ਰਿਹਾ ਜਿਹੜੇ ਰਾਣੀਆਂ ਦੇ ਢਿੱਡੋਂ ਜੰਮੇ ਸੀ। ਇਹ ਤਾਂ ਫਿਰ 5 ਸਾਲ ਦੀ ਟੈਨਿਓਰ ਆ, 5 ਸਾਲਾਂ ਬਾਅਦ ਪਤਾ ਨਹੀਂ ਕੀ ਜਨਤਾ ਨੇ ਕਰਨਾ।
ਤੇ ਜਾਂਦੇ ਜਾਂਦੇ ਗੱਲ ਕਰੀਏ ਇੰਡੀਆ ਗੱਠਜੋੜ ਦੀ। ਤੁਸੀਂ ਇੱਕ ਦਿਨ ਦੱਸਿਆ ਸੀਗਾ, ਚਰਚਾ ਕੀਤੀ ਸੀਗੀ ਵੀ ਇਹਨਾਂ ਨੇ ਕਈ ਪੱਤਰਕਾਰਾਂ ਦਾ, ਗੋਦੀ ਐਂਕਰਾਂ ਦਾ ਬਾਈਕਾਟ ਕੀਤਾ, ਕਾਫੀ ਨਾਂ ਸੀਗੇ ਉਹਨਾਂ ਦੇ ਵਿੱਚ। ਹੁਣ ਇੰਡੀਆ ਗੱਠਜੋੜ ਮੈਨੂੰ ਲੱਗਦਾ ਬਹੁਤ ਜ਼ਿਆਦਾ ਮੋਨੀਟਰਿੰਗ ਕਰ ਰਿਹਾ ਸੋਸ਼ਲ ਮੀਡੀਆ ਤੇ ਜੋ ਪ੍ਰਚਾਰਿਆ ਜਾ ਰਿਹਾ ਉਹਦੇ ਉੱਤੇ। ਕਹਿੰਦੇ ਵੀ ਹੁਣ ਇਹਨਾਂ ਨੇ ਫੇਸਬੁੱਕ ਤੇ YouTube ਤੇ ਵੀ ਸਵਾਲ ਖੜੇ ਕਰਤੇ। ਪ੍ਰਵੀਨ ਜੀ, ਬਕਾਇਦਾ ਤੌਰ ਤੇ ਇੰਡੀਆ ਗੱਠਜੋੜ ਦੇ 14 ਵੱਡੇ ਲੀਡਰ, ਠੀਕ ਹੈ ਜੀ, ਜਿਨ੍ਹਾਂ ਚ ਵੱਖੋ-ਵੱਖ, ਚਾਹੇ ਉਹ ਅਖਿਲੇਸ਼ ਹੋਣੀ ਨੇ, ਚਾਹੇ ਉਹ ਤੇਜਸਵੀ ਹੋਣੀ ਨੇ, ਚਾਹੇ ਉਹ ਜੰਮੂ ਨਾਲ ਸੰਬੰਧਿਤ ਮਹਿਬੂਬਾ ਮੁਫਤੀ ਹੋਣੀ ਨੇ, ਉਹ ਸਾਰੇ, ਚਾਹੇ ਖੜਗੇ ਨੇ, ਚਾਹੇ ਰਾਹੁਲ ਗਾਂਧੀ ਆ, ਹੈ ਨਾ, ਇਹਨਾਂ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ 14 ਜਣਿਆਂ ਨੇ ਬਕਾਇਦਾ ਤੌਰ ਤੇ ਚਿੱਠੀ ਲਿਖੀ ਆ ਗੂਗਲ ਦੇ CEO ਨੂੰ, ਜਿਹੜਾ ਸੁੰਦਰ ਪਿਚਾਈ ਕੀ ਹੈ ਨਾ, ਗੂਗਲ ਦੇ CEO ਨੂੰ, ਤੇ ਮੈਟਾ ਦੇ CEO ਮਾਰਕ ਜ਼ੁਕਰਬਰਗ ਨੂੰ, ਹੈ ਨਾ, ਇਹਨਾਂ ਦੋਵਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਭਾਈ 11 ਅਕਤੂਬਰ ਦੀ ਚਿੱਠੀ ਆ ਕਿ ਭਾਈ ਤੁਹਾਡਾ YouTube ਤੁਹਾਡਾ ਮੈਟਾ ਇਹ ਸਾਡੇ ਨਾਲ ਵਿਤਕਰਾ ਕਰਦਾ, ਇਹਦਾ ਡਾਟਾ ਅਸੀਂ ਤੁਹਾਨੂੰ ਉਪਲਬਧ ਕਰਾ ਦਿੰਦੇ ਹਾਂ, ਚੈੱਕ ਕਰ ਲਓ ਆਪਣਾ ਜੀ, ਕਿ ਤੁਸੀਂ ਇੱਥੇ ਇੱਕ ਫਿਰਕੇ ਨੂੰ ਲੈ ਕੇ, ਇੱਕ ਭਾਈਚਾਰੇ ਨੂੰ ਲੈ ਕੇ ਵੰਡ ਪਾਊ ਪ੍ਰਚਾਰ ਨੂੰ ਹੁਲਾਰਾ ਦਿੰਦੇ ਹੋ, ਇੱਕ ਪਾਰਟੀ ਦੇ ਪੱਖ 'ਚ ਵੱਧ ਭੁਗਤਦੇ ਹੋ, ਸਾਡਾ ਕੋਈ ਗੱਲ, ਸਾਡੀ ਕਈ ਚਰਚਾ, ਕੋਈ ਸਾਡੀ ਗੱਲ ਨੂੰ ਤੁਸੀਂ ਦਬਾ ਕੇ ਰੱਖਦੇ ਹੋ, ਉਸ 'ਚ ਕਾਂਟ ਛਾਂਟ ਹੁੰਦੀ ਆ, ਉਸ ਨੂੰ ਪ੍ਰਚਲਿਤ ਨਹੀਂ ਹੋਣ ਦਿੱਤਾ ਜਾਂਦਾ, ਉਸ ਨੂੰ ਫੈਲਣ ਤੋਂ ਰੋਕਿਆ ਜਾਂਦਾ, ਤੇ ਤੁਹਾਡੀਆਂ ਦੂਜੀਆਂ ਤਰ੍ਹਾਂ ਤੁਸੀਂ ਵੱਧ ਉਹ ਕਰਦੇ ਹੋ। ਸਾਡੇ ਕੋਲ ਇਹ ਸਾਰੀ ਟੈਕਨੋਲੋਜੀ ਦੇ ਪੱਖ ਨਾਲ ਕਹਿੰਦੇ ਸਾਰੀ ਜਾਣਕਾਰੀ ਹੈਗੀ ਆ, ਸੋ ਸਾਰਾ ਉਹਨਾਂ ਨੇ ਪ੍ਰਬੰਧ ਕਰਾਇਆ। ਤੇ ਉਹਦਾ ਹਵਾਲਾ ਵੀ ਇਸ ਖਾਸ ਗੱਲ ਦਾ ਕਿ ਮੈਟਾ ਤੇ ਜਾਂ ਫੇਸਬੁੱਕ ਤੇ YouTube, ਇਹਦਾ ਹਵਾਲਾ ਉਹਨਾਂ ਨੇ ਵਾਸ਼ਿੰਗਟਨ ਪੋਸਟ ਅਖਬਾਰ ਦੀ ਰਿਪੋਰਟ ਦੇ ਹਵਾਲੇ ਨਾਲ ਵੀ ਦਿੱਤਾ। ਠੀਕ ਹੈ, ਕਿ ਆਹ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਕਹਿੰਦੀ ਆ, ਤੇ ਉਹ ਰਿਪੋਰਟ ਦਾ ਜਵਾਬ ਦੇ ਦਿਓ ਸਾਨੂੰ। ਤੇ ਉਹ ਕਹਿੰਦੇ ਕਿ ਇਹ ਏਦਾਂ ਹੈ ਕਿ ਇੱਕ ਵਿਦੇਸ਼ੀ ਕੰਪਨੀ ਹੋਵੇ, ਠੀਕ ਹੈ ਜੀ, ਕਿ ਤੁਹਾਡੀ ਆਹ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ ਜਿਹੜੀਆਂ ਇਹਨੂੰ ਚਲਾ ਰਹੀਆਂ ਨੇ, ਤੇ ਕਹਿੰਦੇ ਵਿਦੇਸ਼ੀ ਕੰਪਨੀਆਂ ਭਾਰਤ ਦੇ ਅੰਦਰ ਇੱਕ ਧਿਰ ਨਾਲ ਜੁੜ ਕੇ ਜੇ ਦੂਜੀਆਂ ਰਾਜਨੀਤਿਕ ਧਿਰਾਂ ਦੇ ਲਈ ਬਦਲਾਖੋਰੀ ਦਾ ਕੰਮ ਕਰਦੀਆਂ ਨੇ, ਤੇ ਫਿਰ ਤਾਂ ਲੋਕਤੰਤਰ 'ਚ ਦਖਲ ਹੈ ਸਾਡੇ। ਸੋ ਇਸ ਲਈ ਇੰਡੀਆ ਗੱਠਜੋੜ, ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਇਸ ਬਾਰੇ ਇਕੱਲੇ ਰੈਲੀਆਂ, ਭਾਸ਼ਣ, ਦਰਾਂ ਤੇ ਜਾਣ ਵਾਲੀ, ਇਹਨਾਂ ਨੇ ਵੀ ਟੈਕਨੋਲੋਜੀ ਵਾਲੇ ਸਹੀ ਬੰਦੇ ਲੱਭ ਲਏ ਸ਼ਾਇਦ। ਸੋ ਇਸ ਲਈ ਭਾਜਪਾ ਦਾ ਜਿਹੜਾ ਸੋਸ਼ਲ ਮੀਡੀਆ ਵੱਡਾ ਹਥਿਆਰ ਰਿਹਾ, ਆਪ ਨੂੰ ਜਿਹਨੇ ਵੱਡੇ ਹਥਿਆਰ ਵਜੋਂ ਵਰਤਿਆ, ਇਸ ਵਾਰ ਮੈਨੂੰ ਲੱਗਦਾ ਇਹ ਧਿਰ ਵੀ ਇਸ ਮਸਲੇ ਦੇ ਉੱਤੇ ਚੰਗੇ ਮੈਦਾਨ 'ਚ ਨਿੱਤਰ ਕੇ ਆ ਰਹੀ ਆ। ਸੋ ਜਾਂ ਤਾਂ ਸਾਰਿਆਂ ਦੀ ਦੁਕਾਨਦਾਰੀ ਬੰਦ ਹੋ ਜੂ, ਜਾਂ ਸਾਰਿਆਂ ਦੀ ਚੱਲਣ ਲੱਗ ਜੂ, ਪਰ ਹੁੰਦਾ ਕੂੜ ਪ੍ਰਚਾਰ ਆ। ਹਾਂਜੀ, ਬਿਲਕੁਲ। ਸੋਸ਼ਲ ਮੀਡੀਆ ਦਾ ਪੋਲੀਟੀਕਲ ਨੈਰੇਟਿਵ ਸਿਰਜਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ, ਇਹਨੂੰ ਕਾਫੀ ਵੱਡੇ ਪੱਧਰ ਤੇ ਇਹਨੂੰ ਪ੍ਰਚਾਰਿਆ ਗਿਆ। ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ, ਐਨਾਲਿਸਟ ਲੋਕ ਨੇ, ਉਹਨਾਂ ਨੂੰ ਦਬਾਉਣ ਦੇ ਲਈ, ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਤੱਕ ਦੇ ਲਈ ਇਹਨਾਂ ਚੀਜ਼ਾਂ ਨੂੰ ਵਰਤਿਆ ਗਿਆ, ਔਰ ਬੜੀ ਸ਼ਿੱਦਤ ਦੇ ਨਾਲ ਔਰ ਬੜੀ ਹੱਲਾਸ਼ੇਰੀ ਦੇ ਨਾਲ। ਮੇਰੇ ਕਈ ਮੇਰੇ ਬਾਈਟਸ ਯਾਦ ਨੇ, ਕਈ ਭਾਸ਼ਣਾਂ ਦੀਆਂ ਕਲਿੱਪਾਂ ਯਾਦ ਨੇ, ਜਦੋਂ ਇਹਨਾਂ ਚੀਜ਼ਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਸੀਗੀ ਜ਼ੁਬਾਨੀ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸਾਡੇ ਦਰਮਿਆਨ ਨਹੀਂ ਰਹੇ, ਤੇ ਕਾਫੀ ਜ਼ਹੀਨ ਸੀਗੇ ਉਹ। ਉਹਨਾਂ ਦੀ ਇੱਕ ਲਾਈਨ ਮੈਨੂੰ ਯਾਦ ਆ ਗਈ, ਉਹ ਜਦੋਂ ਇੱਕ ਦਿਨ ਉਹਨਾਂ ਦਾ ਲੇਖ ਲਿਖਿਆ ਸੀ ਸ਼ਰਮਾ ਜੀ ਉਹਨਾਂ ਨੇ, ਤੇ ਤੁਸੀਂ ਕਵਿਤਾਵਾਂ ਨਾਲ ਜੁੜੇ ਰਹਿੰਦੇ ਹੋ ਅਕਸਰ ਹੀ ਇਸ ਸਾਹਿਤ ਦੇ ਨਾਲ। ਉਹ ਕਹਿੰਦੇ ਸੀ, ਬਗੀਚਾ ਇਤਫਾਲ ਦੁਨੀਆ ਮੇਰੇ ਆਗੇ, ਹੋਤਾ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ। ਮਿਰਜ਼ਾ ਗਾਲਬ ਨੂੰ ਜ਼ਿਆਦਾ ਕੋਟ ਕਰਨ ਵਾਲੇ ਬੇਸ਼ੱਕ ਅੱਜ ਕੱਲ ਫੜੇ ਨਹੀਂ ਜਾ ਰਹੇ, ਪਰ ਫਿਰ ਲੱਭ ਨਹੀਂ ਰਹੇ। ਬਿਲਕੁਲ। ਸੋ ਇਹ ਹਰ ਰੋਜ਼ ਦੀ ਗੱਲ ਹੀ ਹੈ। ਮਤਲਬ ਸ਼ਰਮਾ ਜੀ ਦਿਨ ਰਾਤ ਐਸਾ ਵਰਤਾ ਰਹੇ, ਐਸੀ ਚੀਜ਼ਾਂ ਵਾਪਰ ਰਹੀਆਂ ਨੇ ਕਿ ਲੱਗਦਾ ਕਿ ਚੀਜ਼ਾਂ ਕਦੇ ਰੁਕਣੀਆਂ ਹੀ ਨਹੀਂ, ਕਦੇ ਇਹਨਾਂ 'ਚ ਸੋਧ ਹੀ ਨਹੀਂ ਹੋਣੀ। ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ।